ਬੈਨੀਪਾਲ ਸ਼ੋਅ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ। ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਕੁਝ ਖਬਰਾਂ ਤੇ ਵਿਚਾਰ ਚਰਚਾ ਰਲ ਮਿਲ ਕੇ ਕਰਾਂਗੇ। ਜਿਹੜੀਆਂ ਪਹਿਲਾਂ ਕੁਝ ਇੱਕ ਖਬਰਾਂ ਨੇ ਉਹਨਾਂ ਨੂੰ ਵੀ ਪੇਸ਼ ਕਰਨ ਤੋਂ ਪਹਿਲਾਂ ਤੁਹਾਡਾ ਸਭਨਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ। ਤੁਸੀਂ ਬੀਤੇ ਕੁਝ ਕੁ ਦਿਨਾਂ ਦੇ ਵਿੱਚ ਇਸ ਚੈਨਲ ਨੂੰ 5000 ਤੋਂ ਵੱਡੀ ਗਿਣਤੀ ਵਿੱਚ ਸਬਸਕ੍ਰਾਈਬ ਕਰ ਲਿਆ। ਦਿਲ ਦੀਆਂ ਗਹਿਰਾਈਆਂ ਵਿੱਚੋਂ ਤੁਹਾਡਾ ਸਭਨਾਂ ਦਾ ਤਹਿ ਦਿਲੋਂ ਧੰਨਵਾਦ। ਇੱਕ ਵਾਰੀ ਫੇਰ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਕਿ ਤੁਸੀਂ ਚੈਨਲ ਸਬਸਕ੍ਰਾਈਬ ਵੀ ਕਰ ਲੈਣਾ, ਨੋਟੀਫਿਕੇਸ਼ਨ ਵਾਲੀ ਘੰਟੀ ਵੀ ਦਬਾ ਲੈਣੀ। ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀ ਜ਼ਰੂਰ ਕਰ ਦੇਣਾ, ਦਿਲੋਂ ਧੰਨਵਾਦੀ ਹੋਵਾਂਗਾ। ਅੱਜ ਦੀਆਂ ਜਿਹੜੀਆਂ ਖਬਰਾਂ ਨੇ ਕਾਫੀ ਅਹਿਮ ਖਬਰਾਂ ਨੇ। ਬੀਤੇ ਲੰਬੇ ਸਮੇਂ ਤੋਂ ਚੀਨ ਦੇ ਉੱਤੇ ਨਿਸ਼ਾਨੇ ਇਸ ਗੱਲ ਨੂੰ ਲੈ ਕੇ ਵਿੰਨ੍ਹੇ ਜਾ ਰਹੇ ਹੈ ਕਿ ਕਰੋਨਾ ਵਾਇਰਸ ਸ਼ੁਰੂਆਤ ਕਿਵੇਂ ਹੋਈ, ਕਿਉਂ ਹੋਈ। ਚੀਨ ਇਸ ਦੇ ਬਾਬਤ ਜਾਣਦਾ ਸੀ ਪਰ ਜਾਣਕਾਰੀਆਂ ਲੁਕੋ ਕੇ ਰੱਖੀਆਂ ਗਈਆਂ। ਇਸ ਵਕਤ WHO ਦੀ ਟੀਮ ਚੀਨ ਦੇ ਵਿੱਚ ਇਸੇ ਗੱਲ ਵਾਸਤੇ ਪਹੁੰਚੀ ਹੋਈ ਹੈ ਕਿ ਜਾਂਚ ਕਰਕੇ ਆਵੇਗੀ, ਪੜਤਾਲ ਕਰਕੇ ਆਵੇਗੀ। ਪਰ ਹਾਲੇ ਇਹ ਕੰਮ ਚੱਲ ਹੀ ਰਿਹਾ। ਚੀਨ ਦੇ ਵਿੱਚੋਂ ਇੱਕ ਮਾਹਿਰ ਰੋਗਾਂ ਦੀ ਡਾਕਟਰ ਭੱਜ ਕੇ ਜਾਨ ਬਚਾ ਕੇ ਅਮਰੀਕਾ ਆ ਗਈ ਹੈ। ਉਹਨੇ ਜਿਹੜੇ ਸਨਸਨੀਖੇਜ ਖੁਲਾਸੇ ਕੀਤੇ ਉਹ ਬਹੁਤ ਹੈਰਾਨੀਜਨਕ ਕਰੇ, ਤੁਹਾਡੇ ਨਾਲ ਸਾਂਝੇ ਕਰਾਂਗਾ। ਇਹਦੇ ਨਾਲ ਰੇਤ ਮਾਫੀਆ ਕਿੰਨਾ ਕੁ ਜ਼ਬਰਦਸਤ ਹੋ ਚੁੱਕਾ, ਕਿੰਨਾ ਭਿਆਨਕ ਹੋ ਚੁੱਕਾ, ਕਿੰਨਾ ਤਾਕਤਵਰ ਹੋ ਚੁੱਕਾ। ਇਹ ਖਬਰ ਬਹੁਤ ਅਹਿਮ ਹੈ ਕਿ ਇੱਕ ਰੇਤ ਮਾਫੀਆ ਵਾਲਿਆਂ ਨੇ ਇੱਕ ਪੁਲਿਸ ਅਫਸਰ ਦੇ ਕਿਵੇਂ ਚਪੇੜਾਂ ਮਾਰੀਆਂ, ਕਿਵੇਂ ਧੱਕੇ ਦੇ ਕੇ ਪੈਰਾਂ ਵਿੱਚ ਸੁੱਟਿਆ, ਕਿਵੇਂ ਦਿੱਤੀਆਂ ਧਮਕੀਆਂ। ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗਾ। ਇਹਦੇ ਨਾਲ ਅਗਲੀ ਖਬਰ ਹੈ। ਤੁਹਾਨੂੰ ਪਤਾ ਹੈ ਕਿ 267 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਤਾ ਨਹੀਂ ਕਿੱਥੇ ਚਲੇ ਗਏ, ਲੈ ਕੇ ਬੜਾ ਰੌਲਾ ਪੈ ਰਿਹਾ। ਪਰ ਬੀਤੇ ਕੱਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇੱਕ ਕਮੇਟੀ ਬਣਾਈ ਹੈ। ਉਸ ਕਮੇਟੀ ਦਾ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਤੇ ਕਮੇਟੀ ਦੇ ਵਿੱਚ ਕੌਣ ਲੈ ਗਏ ਹੈ, ਇਹ ਖਬਰ ਵੀ ਸਾਂਝੀ ਕਰਾਂਗਾ। ਇਹਦੇ ਨਾਲ ਨਾਈਜੀਰੀਆ ਦੇ ਵਿੱਚੋਂ ਇੱਕ ਵੱਖਰੀ ਕਿਸਮ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਨਾਈਜੀਰੀਆ ਦੇ ਵਿੱਚ ਜੰਫਾਰਾ ਸੂਬਾ ਹੈ, ਉੱਥੋਂ ਸਰਕਾਰ ਨੇ ਇੱਕ ਅਪੀਲ ਕੀਤੀ ਉੱਥੋਂ ਦੇ ਡਾਕੂਆਂ ਨੂੰ, ਉੱਥੋਂ ਦੇ ਲੁਟੇਰਿਆਂ ਨੂੰ ਕਿ AK-47 ਦੇ ਜਾਓ ਤੇ ਉਹਦੇ ਬਦਲੇ ਵਿੱਚ ਕੀ ਦੇਵਾਂਗੇ ਜੇਕਰ ਆਤਮ ਸਮਰਪਣ ਕਰੋਗੇ। ਇਹ ਆਪਣੇ ਆਪ ਦੇ ਵਿੱਚ ਹੈਰਾਨੀਜਨਕ ਖਬਰ ਹੈ। ਇਹਨਾਂ ਖਬਰਾਂ ਦੇ ਉੱਤੇ ਆਪਾਂ ਨੂੰ ਖੁੱਲ੍ਹ ਕੇ ਕਰਨੀ ਹੈ ਚਰਚਾ। ਸਭ ਤੋਂ ਪਹਿਲੀ ਤੇ ਅਹਿਮ ਖਬਰ ਇਹ ਕਿ ਚੀਨ ਦੇ ਵਿੱਚੋਂ ਮਹਾਮਾਰੀ ਰੋਗਾਂ ਦੀ ਮਾਹਿਰ ਡਾਕਟਰ ਲੀ ਮੇਂਗਯਾਨ ਉੱਥੋਂ ਭੱਜੀ। ਉਹ ਕਹਿੰਦੀ ਜਦੋਂ ਮੈਨੂੰ ਪਤਾ ਲੱਗ ਗਿਆ ਸੀ ਕਿ ਮੇਰੀ ਜਾਨ ਦੀ ਹੁਣ ਚੀਨ ਦੇ ਵਿੱਚ ਖੈਰ ਸੁੱਖ ਨਹੀਂ, ਮੈਂ ਘਰ ਦੇ ਵਿੱਚੋਂ ਕੋਈ ਕੱਪੜਾ ਨਹੀਂ ਚੁੱਕਿਆ। ਜਿਹੜੇ ਮੇਰੇ ਕੱਪੜੇ ਪਾਏ ਹੋਏ ਸੀ ਤੇ ਜਿਹੜਾ ਮੇਰਾ ਪਾਸਪੋਰਟ ਸੀ ਸਿਰਫ ਉਹ ਚੁੱਕਿਆ, ਕਿਸੇ ਨੂੰ ਮੈਂ ਦੱਸਿਆ ਨਹੀਂ। ਸਿਰਫ ਟਿਕਟ ਲਈ ਪਾਸਪੋਰਟ ਲਿਆ, ਜਿਹੜੇ ਕੱਪੜਿਆਂ ਵਿੱਚ ਸੀ ਲੈ ਕੇ ਹਵਾਈ ਜਹਾਜ਼ ਫੜਿਆ, ਸਿੱਧੀ ਅਮਰੀਕਾ ਆ ਉਤਰੀ। ਅਮਰੀਕਾ 'ਚ ਇੱਕ ਬਹੁਤ ਵੱਡਾ TV ਚੈਨਲ ਹੈ, ਉਹਨੂੰ ਉਸਨੇ ਇੰਟਰਵਿਊ ਦਿੱਤੀ ਹੈ ਤੇ ਸਨਸਨੀਖੇਜ ਖੁਲਾਸੇ ਕੀਤੇ ਹੈ। ਉਹ ਕਹਿੰਦੇ ਕਰੋਨਾ ਵਾਇਰਸ ਨੂੰ ਲੈ ਕੇ ਜਿਹੜਾ ਚੀਨ ਕਹੀ ਜਾਂਦਾ ਸਾਨੂੰ ਪਤਾ ਹੀ ਨਹੀਂ ਸੀ, ਉਹ ਝੂਠ ਬੋਲਦਾ। ਉਹ ਕਹਿੰਦੇ ਕਰੋਨਾ ਵਾਇਰਸ ਦੇ ਬਾਬਤ ਸਭ ਤੋਂ ਪਹਿਲਾਂ ਜਿਹੜੇ ਮਾਹਿਰ ਡਾਕਟਰ ਨੇ, ਜਿਹੜੇ ਕਰੋਨਾ ਵਾਇਰਸ ਦੀ ਖੋਜ ਕਰ ਰਹੇ ਸੀ, ਉਹਨਾਂ ਸਾਰੇ ਪਹਿਲਿਆਂ ਦੇ ਵਿੱਚੋਂ ਮੈਂ ਪਹਿਲੀ ਹਾਂ ਜਿਹਨੇ ਚੀਨ ਨੂੰ ਤੇ ਚੀਨ ਦੀ ਸਰਕਾਰ ਨੂੰ, ਚੀਨ ਦੇ ਪ੍ਰਸ਼ਾਸਨ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਇਹ ਖਤਰਨਾਕ ਵਾਇਰਸ ਹੈ, ਮਨੁੱਖ ਤੋਂ ਮਨੁੱਖ ਨੂੰ ਫੈਲ ਰਿਹਾ ਹੈ ਤੇ ਇਹਦਾ ਦਰਅਸਲ ਕਾਰਨ ਕੀ ਹੈ। ਉਹ ਕਹਿੰਦੇ ਪਹਿਲੀ ਗੱਲ ਤਾਂ ਸਾਡੀ ਗੱਲ ਸੁਣੀ ਨਾ ਗਈ। ਜਦੋਂ ਅਸੀਂ ਆਪਣੀ ਅਪਰੋਚ ਨੂੰ ਥੋੜਾ ਹੋਰ ਅੱਗੇ ਵਧਾਇਆ ਗਿਆ ਤਾਂ ਸਾਡੀ ਰਿਪੋਰਟ ਜ਼ਬਤ ਕਰ ਲਈ ਗਈ। ਉਹਦੇ ਤੋਂ ਬਾਅਦ ਸਾਨੂੰ ਮੂੰਹ ਬੰਦ ਰੱਖਣ ਵਾਸਤੇ ਆਖ ਦਿੱਤਾ ਗਿਆ। ਉਹ ਕਹਿੰਦੀ ਜੇਕਰ ਜਿਹੜੀ ਖੋਜ ਅਸੀਂ ਕਈ ਵਿਅਕਤੀਆਂ ਨੇ ਰਲ ਕੇ ਕੀਤੀ ਜਿਹਦੇ ਵਿੱਚੋਂ ਪਹਿਲੀ ਮੈਂਬਰ ਮੈਂ ਵੀ ਹਾਂ, ਲੀ ਮੇਂਗਯਾਨ, ਜੇ ਕਹਿੰਦੀ ਸਾਡੀ ਖੋਜ ਦੇ ਉੱਤੇ ਚੀਨ ਉਸੇ ਵਕਤ ਅਮਲ ਕਰ ਚੁੱਕਿਆ ਹੁੰਦਾ, ਅਮਲ ਕਰ ਲੈਂਦਾ, ਸਾਡੀ ਗੱਲ ਮੰਨ ਲੈਂਦਾ, ਤਾਂ ਅੱਜ ਜਿਹੜੇ ਲੋਕ ਲੱਖਾਂ ਦੀ ਗਿਣਤੀ ਵਿੱਚ ਮੌਤ ਦੇ ਮੂੰਹ ਵਿੱਚ ਚਲੇ ਗਏ ਆ, ਜਾਂ ਜਿਹੜੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਇਸ ਰੋਗ ਤੋਂ ਪੀੜਤ ਹੁੰਦੇ ਜਾ ਰਹੇ ਆ, ਇਹਨਾਂ ਨੂੰ ਬਚਾਇਆ ਜਾ ਸਕਦਾ ਸੀ। ਹੁਣ ਚਾਈਨਾ, ਉਹ ਕਹਿੰਦੀ ਜੇ ਇਹ ਕਹਿੰਦਾ ਕਿ ਸਾਨੂੰ ਇਸ ਰੋਗ ਦੇ ਬਾਰੇ ਕੋਈ ਪਤਾ ਨਹੀਂ ਸੀ, ਕਹਿੰਦੀ ਚਾਈਨਾ ਝੂਠ ਬੋਲ ਰਿਹਾ। ਚਾਈਨਾ ਨੂੰ ਇਸ ਗੱਲ ਦਾ ਮੁਕੰਮਲ ਤੌਰ ਤੇ ਇਲਮ ਸੀ ਕਿ ਇਹ ਵਾਇਰਸ ਕਿੱਥੋਂ ਤੇ ਕਿਵੇਂ ਪੈਦਾ ਹੋਇਆ,
ਕਿੰਨਾ ਕੁ ਭਿਆਨਕ ਵਾਇਰਸ ਹੈ। ਉਹ ਕਹਿੰਦੀ ਸਾਡੀ ਸਲਾਹ ਨੂੰ ਵੀ ਨਜ਼ਰਅੰਦਾਜ਼ ਕੀਤਾ ਤੇ ਅਸੀਂ ਇਸ ਵਾਇਰਸ ਦਾ ਅਧਿਐਨ ਕੀਤਾ ਸੀ, ਖੋਜ ਕੀਤੀ ਤੇ ਸਾਨੂੰ ਵੀ ਨਜ਼ਰਅੰਦਾਜ਼ ਕੀਤਾ ਤੇ ਆਖਰਕਾਰ ਨੌਬਤ ਇਹ ਆ ਗਈ ਕਿ ਮੈਨੂੰ ਆਪਣਾ ਸਭ ਕੁਝ ਉੱਥੇ ਛੱਡ ਕੇ ਸਿਰਫ ਪਾਸਪੋਰਟ ਤੇ ਟਿਕਟ ਖਰੀਦੀ ਤੇ ਚੁੱਪ ਕਰਕੇ ਮੈਂ ਅਮਰੀਕਾ ਵਿੱਚ ਆ ਕੇ ਉਤਰ ਗਏ ਤੇ ਵਾਪਸ ਹੁਣ ਮੈਂ ਜਾਣਾ ਨਹੀਂ ਚਾਹੁੰਦੀ। ਜੇ ਕਹਿੰਦੀ ਮੈਂ ਹੁਣ ਵਾਪਸ ਚਲੀ ਗਈ ਤੇ ਮੇਰਾ ਹਾਸ਼ਰ ਕੀ ਹੋਵੇਗਾ ਇਹ ਸ਼ਾਇਦ ਤੁਸੀਂ ਵੀ ਭਲੀ ਭਾਂਤ ਜਾਣਦੇ ਹੋਵੋਗੇ। ਹੁਣ ਲੀ ਮੇਂਗ ਯਾਨ ਦੇ ਇਸ ਤਰ੍ਹਾਂ ਦੇ ਅਹਿਮ ਖੁਲਾਸੇ ਕਰਨੇ ਤੇ ਦੂਸਰੇ ਪਾਸੇ WHO ਦੀ ਟੀਮ ਇਸ ਵਕਤ ਚੀਨ ਦੇ ਵਿੱਚ ਫਿਰ ਰਹੀ ਹੈ। ਉਹਦੇ ਵਿੱਚ ਪਸ਼ੂਆਂ ਦੇ ਮਾਹਿਰ ਰੋਗੀ ਵੀ ਨੇ, ਜਿਹੜੇ ਰੋਗਾਂ ਦੇ ਡਾਕਟਰ ਨੇ ਉਹ ਵੀ ਨੇ, ਇਹਦੇ ਨਾਲ ਨਾਲ ਜਿਹੜੇ ਵਾਇਰਸ ਰੋਗਾਂ ਦੇ ਮਾਹਿਰ ਡਾਕਟਰ ਨੇ ਉਹ ਵੀ ਨੇ, ਤਾਂ ਕਿ ਉਹ ਪਤਾ ਲਾ ਸਕਣ ਕਿ ਵਾਕਈ ਇਹ ਪਸ਼ੂਆਂ ਦੀ ਮੰਡੀ ਵਿੱਚੋਂ ਆਇਆ, ਜਿੱਥੇ ਪਸ਼ੂਆਂ ਦਾ ਮੀਟ ਵੇਚਿਆ ਜਾਂਦਾ ਸੀ ਉੱਥੋਂ ਹੀ ਆਇਆ। ਜਿਹੜੇ ਵਾਇਰਸ ਰੋਗਾਂ ਦੇ ਮਾਹਿਰ ਡਾਕਟਰ ਨੇ ਉਹ ਆਪਣੇ ਪੱਧਰ ਤੇ ਉਹ ਆਪਣੇ ਪੱਧਰ ਤੇ WHO ਦੀ ਟੀਮ ਲਿਆ ਕੇ ਕੀ ਰਿਪੋਰਟ ਦਿੰਦੀ ਹੈ। ਪਰ ਉਹਦੇ ਤੋਂ ਪਹਿਲਾਂ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਆਖ ਦਿੱਤਾ, ਉਹ ਕਹਿੰਦੇ ਸਾਨੂੰ ਪਤਾ ਹੈ ਕਿ WHO ਦੀ ਟੀਮ ਰਿਪੋਰਟ ਕਿਹੋ ਜਿਹੀ ਦੇਵੇਗੀ, ਕਿਉਂਕਿ ਉਹ ਤਾਂ ਪਹਿਲਾਂ ਤੋਂ ਕਹਿੰਦੇ ਆ ਰਹੇ ਨੇ, ਰਾਸ਼ਟਰਪਤੀ ਟਰੰਪ ਸਾਹਿਬ ਵੀ ਕਹਿੰਦੇ ਆ ਰਹੇ ਨੇ ਕਿ WHO ਚਾਈਨਾ ਦੀ ਰਖੇਲ ਬਣੀ ਹੋਈ ਹੈ। ਉਹ ਕਹਿੰਦੇ ਸਿਰਫ ਤੇ ਸਿਰਫ ਅੱਖਾਂ ਦੇ ਵਿੱਚ ਘੱਟਾ ਪਾਉਣ ਵਾਸਤੇ ਇਹ ਚੀਨ ਹੁਣ ਗਏ ਨੇ, ਉੱਥੋਂ ਲਿਆ ਕੇ ਰਿਪੋਰਟ ਇਹ ਦੱਸ ਦੇਣਗੇ, ਸਿਰਫ ਖਾਨਾ ਪੂਰਤੀ ਕਰਨਗੇ, ਪੋਚਾ ਪਾਚੀ ਕਰਨਗੇ। ਸਾਨੂੰ ਉਹਨਾਂ ਦੀ ਰਿਪੋਰਟ ਆਵੇ ਨਾ ਆਵੇ, ਨਾ WHO ਤੇ ਭਰੋਸਾ, ਨਾ ਸਾਨੂੰ ਚੀਨ ਤੇ ਭਰੋਸਾ। ਪਰ ਦੂਸਰੇ ਪਾਸੇ ਲੀ ਮੇਂਗ ਯਾਨ ਦੀ ਇੰਟਰਵਿਊ ਨੇ ਜਿਹੜੀਆਂ ਰਹਿੰਦੀਆਂ ਕਸਰਾਂ ਸਨ ਉਹ ਵੀ ਕੱਢ ਕੇ ਰੱਖ ਦਿੱਤੀਆਂ। ਅਗਲੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ SGPC ਦੀ ਇੱਕ ਸੰਸਥਾ ਹੈ। SGPC ਦੇ ਵਿੱਚ ਇੱਕ ਡਿਪਾਰਟਮੈਂਟ ਹੈ ਪਬਲੀਕੇਸ਼ਨ ਬਿਊਰੋ, ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪੇ ਜਾਂਦੇ ਨੇ, ਉਹਨਾਂ ਦੀ ਉੱਥੇ ਰੱਖ ਰਖਾ ਸਾਂਭ ਸੰਭਾਲ ਵੀ ਕੀਤੀ ਜਾਂਦੀ ਹੈ। ਉਹਨਾਂ ਦੇ ਵਿੱਚੋਂ 267 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਤਾ ਨਹੀਂ ਕਿੱਥੇ ਚਲੇ ਗਏ। ਬਹੁਤ ਵੱਡਾ ਮੁੱਦਾ ਉੱਠਿਆ, ਮੁੱਦਾ ਹੈ ਵੀ ਵੱਡਾ। ਪਰ ਇੱਕ ਸੇਵਾ ਮੁਕਤ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੇ ਬੀਤੇ ਦਿਨੀ ਇੱਕ ਚਿੱਠੀ ਲਿਖ ਕੇ ਵੀ ਕਹਿ ਦਿੱਤਾ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰੱਖੇ ਸੀ ਉੱਥੇ ਅੱਗ ਲੱਗ ਗਈ, ਕੁਝ ਸੜ ਗਏ, ਕੁਝ ਅੱਗ ਬੁਝਾਉਂਦਿਆਂ ਪਾਣੀ ਨਾਲ ਖਰਾਬ ਹੋ ਗਏ। ਜੇ ਇੰਜ ਹੋਏ ਸੀ, ਜੇ ਗੋਇੰਦਵਾਲ ਸਾਹਿਬ ਲਿਜਾ ਕੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ, ਫਿਰ ਇਹ ਭਲਾ ਕਿੱਡੀ ਕੁ ਵੱਡੀ ਗੱਲ ਸੀ। ਦੱਸਿਆ ਜਾ ਸਕਦਾ ਸੀ ਕਿ ਭਾਈ ਉੱਥੇ ਅੱਗ ਲੱਗੀ, ਅੱਗ ਲੱਗਣ ਦੇ ਕਾਰਨ ਕੀ ਰਹੇ, ਅੱਗ ਲੱਗਣ ਨਾਲ ਕਿੰਨੇ ਸਰੂਪ ਸੜ ਗਏ ਤੇ ਕਿੰਨੇ ਪਾਣੀ ਨਾਲ ਖਰਾਬ ਹੋ ਗਏ, ਉੱਥੋਂ ਕਿੰਨਿਆਂ ਦਾ ਲਿਜਾ ਕੇ ਗੋਇੰਦਵਾਲ ਸਾਹਿਬ ਸੰਸਕਾਰ ਕੀਤਾ ਗਿਆ। ਗੱਲ ਸਾਫ਼ ਸੀ, ਪਰ ਗੱਲ ਕਿਸੇ ਸ਼ਾਇਦ ਹੋਰ ਕੋਨੇ ਨੂੰ ਵਧੀ ਹੈ। ਹੁਣ ਜਦੋਂ ਚਾਰ ਚਫੇਰਿਓਂ ਹਰ ਤਰ੍ਹਾਂ ਦੀ ਜਥੇਬੰਦੀ ਦਾ ਦਬਾਅ ਤੇ ਪ੍ਰੈਸ਼ਰ ਬਣਨ ਲੱਗਿਆ, ਆਖਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਲਿਖ ਕੇ ਦੇਣਾ ਪਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਜੀ ਤੋਂ ਮਰਜ਼ੀ ਜਾਂਚ ਕਰਾ ਲੈਣਾ, ਜੋ ਵੀ ਕਹਿਣਗੇ ਅਸੀਂ ਮੰਨਾਂਗੇ। ਇਹ ਆਪਣੇ ਇਤਿਹਾਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਹੈ ਕਿ ਉਹ ਜਾਂਚ ਤਾਂ ਕਰਵਾਉਂਦੀ ਸੀ ਅੱਗੇ ਵੀ ਕਿਸੇ ਵੀ ਮਸਲੇ ਤੇ, ਕਿਸੇ ਵੀ ਮੁੱਦੇ ਤੇ, ਜਿੱਥੇ ਵੀ ਕਿਤੇ ਕੋਈ ਬਵੇਲਾ ਉੱਠਦਾ ਸੀ। ਪਰ ਇਹ ਵਿਰੋਲਾ ਇਸ ਤਰ੍ਹਾਂ ਦਾ ਉੱਠਿਆ ਕਿ ਪਹਿਲੀ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਜਿਹੜੀ ਜਾਂਚ ਨੂੰ ਅੱਗੇ ਵਧਾ ਰਿਹਾ ਹੈ, ਉਹ ਕੋਈ ਅੰਦਰੂਨੀ ਬਣਾਈ ਕਮੇਟੀ ਤੋਂ ਨਹੀਂ। ਇੱਕ ਬਾਹਰ ਜੱਜ ਸਾਹਿਬ ਨੇ, ਇੱਕ ਹਾਈ ਕੋਰਟ ਦੇ ਵਕੀਲ ਸਾਹਿਬ ਨੇ, ਉਹਨਾਂ ਦੀ ਨਿਯੁਕਤੀ ਕਰ ਦਿੱਤੀ ਹੈ ਤੇ ਨਾਲ ਇਹ ਆਖ ਦਿੱਤਾ ਹੈ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸੇ ਵੀ ਤਰ੍ਹਾਂ ਦੀ ਸਹਿਯੋਗ ਦੀ ਜ਼ਰੂਰਤ ਹੋਏਗੀ, ਕਿਸੇ ਵੀ ਅਧਿਕਾਰੀ ਕੋਲੋਂ ਪੁੱਛ ਪੜਤਾਲ ਕਰਨ ਦੀ ਜ਼ਰੂਰਤ ਹੋਏਗੀ, ਅਸੀਂ ਸਾਰਿਆਂ ਦਾ ਸਹਿਯੋਗ ਉਹਨਾਂ ਦੇ ਸਪੁਰਦ ਕਰਾਂਗੇ, ਹਵਾਲੇ ਕਰਾਂਗੇ, ਲੋੜੀਂਦੀ ਕਾਰਵਾਈ ਤੇ ਲੋੜੀਂਦੀ ਜਾਣਕਾਰੀ ਦੇਵਾਂਗੇ। ਇਹਦੇ ਵਿੱਚ ਜਿਹੜੇ ਸੇਵਾ ਮੁਕਤ ਜੱਜ ਬੀਬੀ ਨਵਿਤਾ ਸਿੰਘ ਨੇ, ਉਹ ਹਾਈ ਕੋਰਟ ਦੇ ਜੱਜ ਨੇ, ਰਿਟਾਇਰਡ ਜੱਜ ਨੇ ਹਾਈ ਕੋਰਟ ਦੇ, ਉਹਨਾਂ ਦੀ ਜ਼ਿੰਮੇਵਾਰੀ ਲਈ ਹੈ। ਅਤੇ ਉਹਨਾਂ ਦੇ ਨਾਲ ਤੇਲੰਗਾਨਾ ਹਾਈ ਕੋਰਟ ਦੇ ਵਕੀਲ ਈਸ਼ਰ ਸਿੰਘ ਉਹਨਾਂ ਦੇ ਸਹਾਇਕ ਵਜੋਂ ਨਿਯੁਕਤ ਕਰ ਦਿੱਤੇ ਗਏ ਹੈ। ਇਹਦੇ ਵਿੱਚ ਜਿਹੜਾ ਸਭ ਤੋਂ ਅਹਿਮ ਪਹਿਲੂ ਇਹ ਹੈ ਕਿ ਇਸ ਟੀਮ ਨੂੰ ਸਿਰਫ 30 ਮਹੀਨਿਆਂ ਦਾ ਮਾਫ਼ ਕਰਨਾ 30 ਦਿਨਾਂ ਦਾ ਸਮਾਂ ਦਿੱਤਾ ਗਿਆ ਕਿ 1 ਮਹੀਨੇ ਦੇ ਅੰਦਰ ਅੰਦਰ ਤੁਸੀਂ ਰਿਪੋਰਟ ਤਿਆਰ ਕਰਨੀ ਹੈ। 1 ਮਹੀਨੇ ਦੇ ਅੰਦਰ ਅੰਦਰ 30 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਤਿਆਰ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਹਵਾਲੇ ਕਰਨੀ ਹੈ, ਤਾਂ ਕਿ ਪਤਾ ਲੱਗ ਸਕੇ ਕਿ 267 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਏ ਤਾਂ ਗਏ ਕਿੱਥੇ। ਕੀ ਕੋਈ ਚੋਰੀ ਕਰਕੇ ਲੈ ਗਿਆ, ਕੀ ਸੱਚੀ ਮੁੱਚੀ ਅੱਗ ਲੱਗੀ ਸੀ, ਕੀ ਸੱਚੀ ਮੁੱਚੀ ਪਾਣੀ ਨਾਲ ਖਰਾਬ ਹੋਈ ਸੀ, ਜਾਂ ਫਿਰ ਇਸ 'ਤੇ ਕੁਝ ਕਾਰਨ ਹੋਰ ਰਹੇ। ਤੇ ਬੀਤੇ ਦਿਨਾਂ ਦੇ ਵਿੱਚ ਇੱਕ ਖਬਰ ਇਹ ਵੀ ਸਾਹਮਣੇ ਆਈ ਸੀ ਕਿ CCTV ਜਿਹੜੀ ਫੁਟੇਜ ਆ ਉਹਨੂੰ ਕੱਢ ਕੇ ਦੇਖਿਆ ਜਾਵੇ, ਜਿੱਥੇ ਇਹ ਸਾਰਾ
ਸਾਰੇ ਦਾ ਸਾਰਾ ਰਿਕਾਰਡ ਰੱਖਿਆ ਜਾਂਦਾ। ਉੱਥੇ ਕਈ ਲੋਕ ਗੇੜੇ ਮਾਰਦੇ ਦੇਖੇ ਗਏ। ਹੋ ਸਕਦਾ ਹੈ ਉਹਦੇ ਵਿੱਚ ਕੋਈ ਫੇਰ ਬਦਲ ਕੋਈ ਕਰਨਾ ਚਾਹੁੰਦੇ ਹੋਣ, ਪਰ ਇਹਦੇ ਬਾਬਤ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ। ਪਰ ਉਸ ਚਿੱਠੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਵੀ ਹੈ ਕਿ ਬੀਤੇ 1 ਮਹੀਨੇ ਦੀ CCTV ਫੁਟੇਜ ਵੀ ਕਢਵਾ ਕੇ ਦੇਖੀ ਜਾ ਸਕੇ, ਤਾਂ ਕਿ ਪਤਾ ਲੱਗ ਸਕੇ ਕਿ ਉੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿੱਥੇ ਰੱਖੇ ਹੋਏ ਸਨ, ਦਰਅਸਲ ਉੱਥੇ ਕੌਣ ਕੌਣ ਜਾਂਦਾ ਰਿਹਾ। ਕੀ ਕਿਸੇ ਰਿਕਾਰਡ ਦੇ ਵਿੱਚ ਕੋਈ ਫੇਰ ਬਦਲ ਕਰਨ ਦੀ ਕਿਸੇ ਨੇ ਕੋਸ਼ਿਸ਼ ਤਾਂ ਨਹੀਂ ਕੀਤੀ। ਆਉਣ ਵਾਲੇ ਦਿਨਾਂ ਦਾ ਇੰਤਜ਼ਾਰ ਕਰਨਾ ਪਏਗਾ ਕਿ ਮਾਨਯੋਗ ਜੱਜ ਸਾਹਿਬ ਅਤੇ ਇਸ ਵਕੀਲ ਸਾਹਿਬ ਦੀ ਟੀਮ ਕਿਸ ਤਰ੍ਹਾਂ ਦੀ ਰਿਪੋਰਟ ਪੇਸ਼ ਕਰਦੀ ਹੈ। ਇਹਦੇ ਨਾਲ ਨਾਲ ਜਿਹੜੀ ਅਗਲੀ ਅਹਿਮ ਖਬਰ ਹੈ ਕਿ ਰੇਤ ਮਾਫੀਆ, ਭੂਮੀ ਮਾਫੀਆ ਕਿੰਨਾ ਕੁ ਸਟਰੋਂਗ ਹੋ ਚੁੱਕਾ ਹੈ, ਕਿੰਨਾ ਕੁ ਤਾਕਤਵਰ, ਕਿੰਨਾ ਕੁ ਮਜ਼ਬੂਤ ਤੇ ਕਿੰਨੀਆਂ ਕੁ ਆਪਣੀਆਂ ਜੜ੍ਹਾਂ ਡੂੰਘੀਆਂ ਕਰ ਚੁੱਕਿਆ ਹੈ। ਤੁਹਾਨੂੰ ਯਾਦ ਹੋਣਾ ਹੈ ਬੀਤੇ ਸਮੇਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਹੈਲੀਕਾਪਟਰ ਵਿੱਚ ਜਾਂਦੇ ਸੀ। ਉਹਨਾਂ ਨੇ ਵੇਖਿਆ ਕਿ ਹੇਠਾਂ ਦਰਿਆ ਦੇ ਵਿੱਚ ਲੋਕ ਰੇਤਾ ਪੁੱਟੀ ਜਾਂਦੇ ਆ। ਉਹਨਾਂ ਨੇ ਕਿਹਾ ਕਿ ਭਾਈ ਇਹ ਰੇਤਾ ਪੁੱਟਣਾ ਤੁਰੰਤ ਬੰਦ ਕਰਵਾਇਆ ਜਾਵੇ। ਪਰ ਹੁਣ ਇਸ ਗੱਲ ਦਾ ਤੁਹਾਨੂੰ ਪਤਾ ਹੋਣਾ ਕੀ ਰੇਤਾ ਪੁੱਟਣਾ ਬੰਦ ਕਰ ਦਿੱਤਾ ਗਿਆ। ਵੱਡੀਆਂ ਥਾਵਾਂ ਤਾਂ ਰੇਤਾ ਪੁੱਟਿਆ ਹੀ ਜਾਂਦਾ ਹੈ। ਆਮ ਛੋਟੇ ਛੋਟੇ ਪਿੰਡਾਂ ਦੇ ਸਰਪੰਚਾਂ ਨੇ ਟੋਬਿਆਂ ਦੀ ਜਖਣਾ ਪੱਟ ਕੇ ਰੱਖ ਦਿੱਤੀ ਹੈ, ਨਾਸ਼ ਮਾਰ ਕੇ ਰੱਖ ਦਿੱਤਾ ਹੈ। ਇਹ ਨਜਾਇਜ਼ ਮਾਈਨਿੰਗ ਹੋ ਰਹੀ ਹੈ, ਔਰ ਹੋ ਰਹੀ ਹੈ ਬੜੀ ਭੁਗਤਣ ਵਾਲੀ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਪਰ ਜਿਹੜੀ ਆ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ, ਪੰਜਾਬ 'ਚ ਇਕੱਲੇ 'ਚ ਨਹੀਂ ਹੋ ਰਿਹਾ, ਲਗਭਗ ਪੂਰੇ ਭਾਰਤ ਵਿੱਚ ਹੋ ਰਿਹਾ। ਤੇ ਭਾਰਤ ਦੇ ਵਿੱਚ ਭ੍ਰਿਸ਼ਟਾਚਾਰ ਦੀ ਇੱਕ ਮੂੰਹ ਬੋਲਦੀ ਤਸਵੀਰ ਹੈ ਇਹ। ਅਸਲ ਦੇ ਵਿੱਚ ਮੱਧ ਪ੍ਰਦੇਸ਼ ਦੇ ਸ਼ੌਪੁਰ ਜ਼ਿਲ੍ਹੇ ਦੇ ਪਿੰਡ ਗੜੀ ਦੇ ਵਿੱਚ ਇੱਕ ਘਟਨਾ ਵਾਪਰੀ ਹੈ, ਜਿੱਥੇ ਰੇਤ ਮਾਫੀਆ, ਭੂਮੀ ਮਾਫੀਆ ਆਪਣਾ ਕੰਮ ਕਰ ਰਿਹਾ ਸੀ। ਤੇ ਉੱਥੇ ਇੱਕ ASI ਅਸਿਸਟੈਂਟ ਸਬ ਇੰਸਪੈਕਟਰ ਤੇ ਉਹਦੇ ਨਾਲ ਇੱਕ ਕਾਂਸਟੇਬਲ ਸੀ। ਉਸ ASI ਨੇ, ਜਿਸ ਨੂੰ ਆਪਾਂ ਛੋਟਾ ਥਾਣੇਦਾਰ ਕਹਿੰਦੇ ਆ, ਉਸ ਰੇਤ ਮਾਫੀਆ ਵਾਲੇ ਨੂੰ ਪੁੱਛਿਆ ਕਿ ਆਹ ਕੀ ਹੋ ਰਿਹਾ ਬਈ, ਨਜਾਇਜ਼ ਮਾਈਨਿੰਗ, ਇਹ ਤੁਹਾਨੂੰ ਕਿਹਨੇ ਆਗਿਆ ਦਿੱਤੀ ਹੈ। ਉਹਨਾਂ ਨੇ ਇੱਕ ਤਾਂ ਮਾਰੀ ਵੱਟ ਕੇ ਚਪੇੜ ਉਸ ਥਾਣੇਦਾਰ ਦੇ, ਤੇ ਜਿਹੜਾ ਨਾਲ ਕਾਂਸਟੇਬਲ ਸੀ, ਸਿਪਾਹੀ ਸੀ, ਉਹ ਮਿੰਨਤਾਂ ਕਰਦਾ। ਇੱਕ ਵੀਡੀਓ ਵਾਇਰਲ ਹੋਈ ਹੈ, ਉਹਦੇ ਵਿੱਚ ਨਜ਼ਰ ਆ ਰਿਹਾ। ਤੁਸੀਂ ਆਪ ਹਿਸਾਬ ਲਾਓ ਕਿ ਇੱਕ ਵਰਦੀਧਾਰੀ ਬੰਦੇ ਦੇ ਚਪੇੜ ਮਾਰੀ ਜਾਵੇ, ਵਰਦੀਧਾਰੀ ਬੰਦੇ ਨੂੰ ਧੱਕਾ ਮਾਰ ਕੇ ਹੇਠਾਂ ਜ਼ਮੀਨ ਤੇ ਸੁੱਟਿਆ ਜਾਵੇ, ਤੇ ਉਹਦੇ ਨਾਲ ਦਾ ਪੁਲਿਸ ਵਾਲਾ ਗਿੜਗਿੜਾ ਰਿਹਾ ਹੋਵੇ, ਮਿੰਨਤਾਂ ਕਰ ਰਿਹਾ ਹੋਵੇ, ਤਰਲੇ ਕਰ ਰਿਹਾ ਹੋਵੇ। ਇੰਨਾ ਹੀ ਨਹੀਂ, ਉਹ ਬੰਦੇ ਉੱਥੋਂ ਟਰਾਲੀਆਂ ਤਾਂ ਲੈ ਕੇ ਬਾਅਦ 'ਚ ਚਲੇ ਗਏ ਰੇਤਾ ਭਰ ਕੇ, ਤੇ ਨਾਲ ਜਾਂਦੇ ਜਾਂਦੇ ਇਹ ਕਹਿ ਗਏ ਕਿ ਨਾਲੇ ਪੈਸੇ ਲੈਂਦੇ ਹੋ, ਨਾਲੇ ਚੋਰੀ ਤੇ ਨਾਲੇ ਸੀਨਾ ਚੋਰੀ। ਇਹ ਗੱਲਾਂ ਆਪਣੇ ਆਪ 'ਚ ਦੋਵੇਂ ਨੇ ਰੱਖਦੀਆਂ ਨੇ ਕਿ ਜਾਂ ਤਾਂ ਵੱਡੀ ਪੱਧਰ ਤੇ ਭ੍ਰਿਸ਼ਟਾਚਾਰ ਵੀ ਹੋ ਰਿਹਾ ਹੈ, ਪਰ ਦੂਸਰੀ ਗੱਲ ਇਹ ਵੀ ਹੈ ਕਿ ਜੇਕਰ ਉਸ ASI ਨੇ ਜਾਂ ਪੁਲਿਸ ਵਾਲੇ ਨੇ ਉਹਨਾਂ ਤੋਂ ਪੈਸੇ ਲਾਏ ਹੁੰਦੇ, ਫਿਰ ਸ਼ਾਇਦ ਉਹਨਾਂ ਨੂੰ ਉਹ ਪੁੱਛਦਾ ਨਾ। ਇਹਦਾ ਮਤਲਬ ASI ਤੋਂ ਕਿਸੇ ਵੱਡੇ ਅਫਸਰ ਨੇ ਪੈਸੇ ਲਾਏ ਹੋਣਗੇ। ਤੇ ਨਾਲ ਜਾਂਦੇ ਜਾਂਦੇ ਕਹਿ ਗਏ ਕਿ ਕਿਸੇ ਨੂੰ ਜੇਕਰ ਫੋਨ ਕਰਨ ਦੀ ਜ਼ਰੂਰਤ ਕੀਤੀ ਤਾਂ ਇਹਦਾ ਅੰਜਾਮ ਮਾੜਾ ਹੋਊਗਾ। ਹੁਣ ਜਦੋਂ ਉਹ ਵੀਡੀਓ ਵਾਇਰਲ ਹੋਈ ਹੈ ਕਿ ਥੱਪੜ ਵੀ ਮਾਰਿਆ ਕਿ ਥਾਣੇਦਾਰ ਦੇ, ਜ਼ਮੀਨ ਤੇ ਵੀ ਸੁੱਟਿਆ ਗਿਆ ਧੱਕਾ ਮਾਰ ਕੇ, ਦੂਜਾ ਪੁਲਿਸ ਵਾਲਾ ਮਿੰਨਤਾਂ ਕਰ ਰਿਹਾ, ਤੇ ਪੁਲਿਸ ਵਾਲੇ ਕਹਿੰਦੇ ਹੁਣ ਛੱਡਣਾ ਨਹੀਂ, ਪਰਚਾ ਠੋਕ ਕੇ ਕਰਾਂਗੇ। ਹੁਣ ਪਰਚਾ ਠੋਕ ਕੇ ਹੁੰਦਾ ਜਾਂ ਨਹੀਂ, ਇਹ ਤੋਂ ਹਜੇ 15 ਕੁ ਦਿਨ ਪਹਿਲਾਂ ਵੀ ਇਸ ਤਰ੍ਹਾਂ ਦੀ ਘਟਨਾ ਉੱਥੇ ਹੀ ਵਾਪਰੀ ਹੈ। ਕੁਝ ਸਮਾਂ ਪਹਿਲਾਂ ਵੀ ਉਸ ਤਰ੍ਹਾਂ ਦੀ ਘਟਨਾ ਵਾਪਰੀ ਸੀ। ਇਸ ਤਰ੍ਹਾਂ ਦੀਆਂ ਘਟਨਾਵਾਂ ਇਹ ਪਹਿਲੀਆਂ ਨਹੀਂ ਵਾਪਰਦੀਆਂ ਰਹੀਆਂ ਨੇ। ਪਰ ਹੁਣ ਗੱਲਾਂ ਦੋ ਨੇ ਕਿ ਇੱਕ ਤਾਂ ਇਹਦੇ ਵਿੱਚ ਭ੍ਰਿਸ਼ਟਾਚਾਰ ਦੀ ਬੋਝ ਸੱਚੀ ਮੁੱਚੀ ਆਉਂਦੀ ਹੈ। ਜੇ ਉਹ ਜਾਂਦਾ ਹੋਇਆ ਕਹਿ ਰਿਹਾ ਬੰਦਾ ਕਿ ਨਾਲੇ ਪੈਸੇ ਲੈਂਦੇ ਹੋ ਤੇ ਨਾਲੇ ਪੁੱਛਦੇ ਹੋ ਨਜਾਇਜ਼ ਮਾਈਨਿੰਗ, ਇਹਦਾ ਮਤਲਬ ਕਿਤੇ ਉੱਪਰੋਂ ਗੱਲ ਹੇਠਾਂ ਤੱਕ ਆ ਰਹੀ ਹੈ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ 'ਤੇ ਕਾਰਵਾਈ ਹੁੰਦੀ ਆ ਜਾਂ ਨਹੀਂ, ਪਰ ਜਿਹੜੇ ਪਹਿਲੀਆਂ 2 ਸ਼ਿਕਾਇਤਾਂ ਜਾ ਕੇ ਪੁਲਿਸ ਅਫਸਰਾਂ ਨੇ ਕੀਤੀਆਂ ਸੀ ਕਿ ਭਾਈ ਉੱਥੇ ਨਜਾਇਜ਼ ਮਾਈਨਿੰਗ ਵੀ ਕਰੀ ਜਾਂਦੇ ਨੇ, ਅਸੀਂ ਰੋਕਦੇ ਤੇ ਸਾਨੂੰ ਗਾਲੀ ਗਲੋਚ ਕਰੀ ਜਾਂਦੇ ਆ, ਉਹਨਾਂ ਨੂੰ ਬਹੁਤ ਵਧੀਆ ਤੋਹਫਾ ਦਿੱਤਾ ਸੀ। ਉਹਨਾਂ ਦੋਵਾਂ ਅਫਸਰਾਂ ਨੂੰ, ਦੋਵੇਂ ਥਾਣੇਦਾਰਾਂ ਨੂੰ, ਪੁਲਿਸ ਮੁਲਾਜ਼ਮਾਂ ਨੂੰ ਬਦਲ ਦਿੱਤਾ ਗਿਆ ਸੀ, ਲਾਈਨ ਹਾਜ਼ਰ ਕਰ ਦਿੱਤਾ ਗਿਆ ਸੀ। ਜੇ ਕਿਤੇ ਉਦੋਂ ਹੀ ਉਹਨਾਂ ਦੀ ਗੱਲ ਸੁਣੀ ਹੁੰਦੀ, ਸ਼ਾਇਦ ਆਹ ਪੁਲਿਸ ਵਾਲੇ ਦੇ ਇੱਕ ਵਰਦੀ ਦੇ ਥੱਪੜ ਨਾ ਪੈਂਦਾ, ਜ਼ਮੀਨ ਤੇ ਧੱਕਾ ਮਾਰ ਕੇ ਸੁੱਟਿਆ ਨਾ ਜਾਂਦਾ, ਤੇ ਇੱਕ ਪੁਲਿਸ ਵਾਲਾ ਮਿੰਨਤਾਂ ਨਾ ਕਰਦਾ। ਪਰ ਹੁਣ ਤੁਸੀਂ ਆਪ ਹਿਸਾਬ ਲਾਓ ਕਿ ਕਾਨੂੰਨ ਕਿਹਦੇ ਹੱਥਾਂ ਵਿੱਚ ਖੇਡ ਰਿਹਾ। ਕਈ ਪਹਿਲੂ ਨੇ ਜਿਨ੍ਹਾਂ ਦੇ ਉੱਤੇ ਵਿਚਾਰ ਕੀਤੀ ਜਾਣੀ ਚਾਹੀਦੀ ਹੈ, ਪਰ ਕਿੰਨੀ ਕੁ ਵਿਚਾਰ ਹੋਏਗੀ, ਜਦੋਂ ਵੀ ਕੋਈ ਇਹਦੇ ਤੇ ਅਪਡੇਟ ਆਈ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗਾ। ਅਗਲੀ ਖਬਰ ਹੈ ਜਿਹੜੀ ਨਾਈਜੀਰੀਆ ਦੇ ਵਿੱਚ ਪੈਂਦਾ ਸੂਬਾ ਜਮਫਾਰਾ ਦੀ ਸਰਕਾਰ ਨੇ ਇੱਕ ਅਨਾਉਂਸਮੈਂਟ ਕੀਤੀ ਹੈ, ਇੱਕ ਐਲਾਨ ਕੀਤਾ ਹੈ। ਉੱਥੇ ਸੰਘਣੇ ਜੰਗਲਾਂ ਦੇ ਵਿੱਚ ਕੁਝ ਡਾਕੂ ਰਹਿੰਦੇ ਆ, ਕੁਝ ਲਟੇਰੇ ਰਹਿੰਦੇ ਆ। ਉਹ ਲੋਕਾਂ ਦਾ ਅਨਾਜ ਵੀ ਲੁੱਟਦੇ ਆ, ਲੋਕਾਂ ਦੇ ਪਸ਼ੂ ਵੀ ਚੋਰੀ ਕਰਦੇ ਆ, ਇਹਦੇ ਨਾਲ ਨਾਲ ਫਿਰੌਤੀਆਂ ਵੀ ਮੰਗਦੇ ਆ। ਹਥਿਆਰਬੰਦ ਨੇ ਭਾਈ, AK-47 ਰਾਈਫਲਾਂ ਨੇ ਉਹਨਾਂ ਕੋਲ। ਹੁਣ ਸਰਕਾਰ ਸੋਚਦੀ ਹੈ ਕਿ ਇਹਨਾਂ ਕੋਲੋਂ ਹਥਿਆਰ ਲੈ ਜਾਣ, ਇਹਨਾਂ ਨੂੰ ਮੁੱਖ ਧਾਰਾ ਵਿੱਚ ਸ਼ਾਮਲ ਕੀਤਾ ਜਾਵੇ।
ਇਹ ਇੱਕ ਖਾਸ ਭਾਈਚਾਰਾ ਫੁਲਾਨੀ ਹੇਡਰ ਇੱਕ ਭਾਈਚਾਰਾ ਹੈ। ਫੁਲਾਨੀ ਹੇਡਰ ਭਾਈਚਾਰੇ ਦੇ ਲੋਕ ਸਭ ਤੋਂ ਵੱਧ ਜੇਕਰ ਕਿਸੇ ਪਸ਼ੂ ਨੂੰ ਪਸੰਦ ਕਰਦੇ ਆ ਉਹ ਗਾਂ ਨੂੰ ਪਸੰਦ ਕਰਦੇ ਆ। ਗਾਂ ਦਾ ਇਸ ਭਾਈਚਾਰੇ ਵਿੱਚ ਬਹੁਤ ਵੱਡਾ ਮਹੱਤਵ ਹੈ। ਹੁਣ AK47 ਦੀ ਕੀਮਤ ਉੱਥੇ ਲਗਭਗ 50,000 ਜਿਹੜੀ ਉੱਥੋਂ ਦੀ ਕਰੰਸੀ ਬਣਦੀ ਹੈ, ਪਰ ਇੱਕ ਗਾਂ ਉੱਥੇ 1 ਲੱਖ ਦੀ ਹੈ ਉੱਥੋਂ ਦੀ ਕਰੰਸੀ ਦੇ ਹਿਸਾਬ ਨਾਲ। ਹੁਣ ਸਰਕਾਰ ਨੇ ਐਲਾਨ ਕੀਤਾ ਕਿ ਇੱਕ AK47 ਜਮ੍ਹਾਂ ਕਰਾਓ, 2 ਗਾਵਾਂ ਸਾਡੇ ਤੋਂ ਲੈ ਲਓ, ਵੀ ਨਾਲੇ ਤਾਂ ਦੁੱਧ ਪੀਓ ਨਾਲੇ ਪੈਸੇ ਬਣਾਓ, ਤੁਹਾਡੀ ਇਨਕਮ ਦਾ ਸਾਧਨ ਬਣ ਜਾਏਗਾ। ਹੁਣ ਇਹ ਭਾਈਚਾਰਾ ਜਿਹੜਾ ਫੁਲਾਨੀ ਹੇਰਡਰ ਭਾਈਚਾਰਾ ਮੰਨਦਾ ਜਾਂ ਨਹੀਂ, ਪਰ ਆਪਣੇ ਆਪ ਦੇ ਵਿੱਚ ਪੇਸ਼ਕਸ਼ ਉੱਥੋਂ ਦੀ ਸਰਕਾਰ ਦੀ ਉਹਨਾਂ ਨੂੰ ਚੰਗੀ ਲੱਗ ਰਹੀ ਹੈ ਕਿ AK47 ਨਾਲੋਂ ਦੁੱਗਣੇ ਮੁੱਲ ਦੀ ਇੱਕ ਗਾਂ, ਇੱਕ ਨਹੀਂ ਦਿੱਤੀਆਂ ਵੀ 2-2 ਜਾ ਰਹੀਆਂ ਨੇ। ਇਹਦੇ ਨਾਲ ਨਾਲ ਇਹ ਵੀ ਦੱਸਣਾ ਬਣਦਾ ਕਿ ਉੱਥੇ ਇਸ ਵਕਤ ਸਥਿਤੀ ਕੀ ਹੈ। ਬੀਤੇ ਕੁਝ ਕੁ ਦਿਨ ਪਹਿਲਾਂ ਇਹਨਾਂ ਲੋਕਾਂ ਨੇ 21 ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ ਲੁੱਟ ਖੋਹ ਦੇ ਕਾਰਨ। ਤੇ ਨਾਈਜੀਰੀਆ ਦੇ ਕੁਝ ਸੂਬੇ ਨੇ ਜਿਨ੍ਹਾਂ ਵਿੱਚ ਕੇਬੀ ਹੈ, ਸਕੋਤੋ ਹੈ, ਜ਼ੰਫਾਰ ਹੈ ਅਤੇ ਗੁਆਂਢੀ ਸੂਬਾ ਨਾਈਜਰ, ਬੀਤੇ ਕੁਝ ਕੁ ਸਮੇਂ ਦੇ ਵਿੱਚ 8,000 ਲੋਕਾਂ ਦਾ ਲੁੱਟ ਖੋਹ ਤੇ ਫਰੌਤੀਆਂ ਦੇ ਕਾਰਨ ਕਤਲ ਕਰ ਚੁੱਕੇ ਨੇ ਇਹ ਲੋਕ। ਸੋ ਇਸ ਕਰਕੇ ਸਰਕਾਰ ਚਾਹੁੰਦੀ ਹੈ ਕਿ ਨਾਲੇ ਮੁੱਖ ਧਾਰਾ ਵਿੱਚ ਲਿਆਂਦਾ ਜਾਵੇ, ਨਾਲੇ ਇਹ ਲੋਕ, ਇਹ ਭਾਈਚਾਰਾ ਗਾਵਾਂ ਨੂੰ ਪਸੰਦ ਕਰਦਾ, ਨਾਲੇ ਦੁੱਧ ਪੀਣਗੇ, ਨਾਲੇ ਬੱਚਿਆਂ ਨੂੰ ਪਿਲਾਉਣਗੇ, ਨਾਲੇ ਪੈਸੇ ਕਮਾ ਸਕਦੇ ਆ ਤੇ ਨਾਲੇ ਇਹਨਾਂ ਦੇ ਹਥਿਆਰ ਜਮ੍ਹਾਂ ਕਰਵਾਏ ਜਾ ਸਕਦੇ ਆ। ਹੁਣ ਇਸ ਪੇਸ਼ਕਸ਼ ਨੂੰ ਇਹ ਡਾਕੂ ਲੋਕ ਮੰਨਦੇ ਆ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਸੋ ਇਹ ਸਨ ਦੋਸਤੋ ਅੱਜ ਦੀਆਂ ਕੁਝ ਇੱਕ ਖਬਰਾਂ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਵੀ ਚੰਗਾ ਲੱਗਿਆ ਹੋਵੇਗਾ। ਚੰਗਾ ਲੱਗਿਆ ਲਾਈਕ ਵਾਲਾ ਬਟਨ ਵੀ ਦਬਾਉਣਾ ਨਾ ਭੁੱਲਿਓ, ਵੀਡੀਓ ਸ਼ੇਅਰ ਕਰਨੀ ਨਾ ਭੁੱਲਿਓ। ਜੇਕਰ ਤੁਸੀਂ ਖੁਦ ਸਬਸਕ੍ਰਾਈਬ ਚੈਨਲ ਨੂੰ ਕਰ ਲਿਆ ਤਾਂ ਕਿਸੇ ਹੋਰ ਦੋਸਤ ਮਿੱਤਰ ਨੂੰ ਜ਼ਰੂਰ ਦੱਸਿਓ ਕਿ ਉਹ ਵੀ ਇਸ ਚੈਨਲ ਦਾ ਹਿੱਸਾ, ਪਰਿਵਾਰਕ ਮੈਂਬਰ ਬਣ ਸਕਣ। ਤੁਹਾਡਾ ਦਿਲੋਂ ਧੰਨਵਾਦੀ ਹੋਵਾਂਗਾ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ੍ਰੀ ਅਕਾਲ ਤੇ ਰੱਬ ਰਾਖਾ।